जी और स्वागत है आपका हमारे आज के शो में गला माता विद द इको बाबा। तो आज है हमारे साथ द इको बाबा, हीरो ऑफ एनवायरनमेंट, पद्मश्री अवॉर्डी और जल को जिंदगी देने वाले श्री बलबीर सिंह सेजेवाली। स्वागत है बाबा जी चितकारा न्यूज में और आपको बहुत बहुत शुक्रिया, आपने अपने कीमती समय में से हमें थोड़ा सा टाइम दिया। तो बाबा जी, मैं सबसे पहला सवाल आपसे ये पूछना चाहती हूँ कि आजकल वर्ल्ड में ग्लोबल वार्मिंग बहुत ज़्यादा बढ़ती जा रही है और लोग ग्लोबल वार्मिंग को रोकने के लिए बहुत ज़्यादा प्रयास कर रहे हैं, पर फिर भी ग्लोबल वार्मिंग कहीं ना कहीं हम नहीं रोक पा रहे। और सबसे पहला प्रयास जो ग्लोबल वार्मिंग को रोकने का करना चाहिए वो घर से करना चाहिए। तो आप लोगों को क्या बताना चाहते हैं कि लोग कैसे ग्लोबल वार्मिंग को रोकने का प्रयास अपने घर से शुरू करें? ग्लोबल वार्मिंग तो एक बहुत बड़ा इशू है दुनिया भर का, ਤੇ ਉਹਦੇ ਵਿੱਚ ਕੋਈ ਇਕੱਲਾ ਬੰਦਾ ਤੇ ਬਹੁਤਾ ਕੁਝ ਨਹੀਂ ਕਰ ਸਕਦਾ। ਸੋ ਆਪਣਾ ਹਿੱਸਾ ਸਾਨੂੰ ਆਪਣਾ ਆਪ ਪਾਉਣਾ ਚਾਹੀਦਾ। ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ, ਅਸੀਂ ਆਲਾ ਦੁਆਲਾ ਸਾਫ਼ ਰੱਖੀਏ, ਵਾਧੂ ਜਿਹੜਾ ਵੇਸਟੇਜ ਆ ਉਹਨੂੰ ਸੰਭਾਲ ਕੇ ਰੱਖੀਏ, ਬਾਕੀ ਜਿਹੜਾ ਪਾਣੀ ਨੂੰ ਬਚਾਈਏ, ਜਿਹੜੀਆਂ ਸਾਡੀਆਂ ਜਿਹੜੀਆਂ ਇਹੋ ਜਿਹੀ ਪਿੰਡਾਂ ਦੇ ਵਿੱਚ ਬਦਬੂ ਆ, ਸੜਿਆਂਦ ਗੰਦਗੀ ਆ, ਉਹਨੂੰ ਸੰਭਾਲੀਏ, ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਸੜਿਆਂਦ ਮਾਰਦੀਆਂ ਗੰਦੀਆਂ ਨਾਲੀਆਂ, ਸੜਿਆਂਦ ਮਾਰਦੇ ਗੰਦੇ ਨਾਲੇ, ਇਹ ਸਭ ਤੋਂ ਜ਼ਿਆਦਾ ਪੋਲੂਸ਼ਨ ਕਰਦੇ ਆ। ਦੂਸਰਾ ਇੰਡਸਟਰੀ ਦਾ ਪੋਲੂਸ਼ਨ ਜਿਹੜਾ ਹੈ, ਮਿਊਨਿਸਪਲ ਕਾਰਪੋਰੇਸ਼ਨ ਦਾ ਪੋਲੂਸ਼ਨ, ਕਿਉਂਕਿ ਜੇ ਅਸੀਂ ਆਪਣੀ ਡਿਊਟੀ ਸੰਭਾਲੀਏ ਤੇ ਤਾਂ ਹੀ ਹੈ ਕਿ ਪ੍ਰਸ਼ਾਸਨ ਸਿਸਟਮ ਆਪਣੀਆਂ ਡਿਊਟੀਆਂ ਨਹੀਂ ਕਰ ਰਿਹਾ, ਮਿਊਨਿਸਪਲ ਕਮੇਟੀ ਆਪਣੀ ਵੇਸਟੇਜ ਨਹੀਂ ਸੰਭਾਲਦੀ, ਅਸੀਂ ਵੀ ਆਪਣੇ ਉਸੇ ਤਰ੍ਹਾਂ ਦੇ ਅਸੀਂ ਹੋ ਗਏ, ਅਸੀਂ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਕਹਿੰਦੇ ਜੇ ਸਰਕਾਰ ਨਹੀਂ ਕਰ ਰਹੀ ਤੇ ਸਾਨੂੰ ਕੀ। ਸੋ ਅਸੀਂ ਸਾਰੇ ਜਿਹੜੇ ਹੈਗੇ ਅਲਗਰਜ ਜਿਹਨੂੰ ਆਪਾਂ ਕਹਿੰਦੇ ਹੋ ਗਏ। ਇਸ ਵਾਸਤੇ ਜਿਹੜਾ ਹੈਗਾ এনवायरमेंट ਪ੍ਰਤੀ ਸਾਡਾ ਜਿਹੜਾ ਰਿਸ਼ਤਾ ਹਵਾ ਪਾਣੀ ਤੇ ਧਰਤੀ ਨੂੰ ਸੰਭਾਲਣ ਦਾ, ਅਸੀਂ ਉਹਨੂੰ ਵਰਤੋਂ ਜ਼ਰੂਰ ਕਰਦੇ ਹਾਂ ਪਰ ਉਹਦਾ ਮਿਸਯੂਜ਼ ਕਰ ਰਹੇ ਹਾਂ। ਵੇਸਟੇਜ ਨੂੰ ਜਿਹੜਾ ਹੈਗਾ ਬੇਮਤਲਬ ਸਿੱਟੀ ਜਾਂਦੇ ਹਾਂ, ਖਾਂਦੇ ਥੋੜ੍ਹਾ ਖਰਾਬ ਜ਼ਿਆਦਾ ਕਰਦੇ ਹਾਂ, ਵਰਤਦੇ ਥੋੜ੍ਹਾ ਤੇ ਉਬਾਰਾ ਜ਼ਿਆਦਾ ਪਾਣੀ ਛੱਡੀ ਜਾਂਦੇ ਹਾਂ। ਸੋ ਸਾਨੂੰ ਇਹਨਾਂ ਦੇ ਉੱਤੇ ਆਪਣ ਹੱਥੀਂ ਆਪਣਾ ਆਪੇ ਹੀ ਕਾਸਵਾਰੀ, ਸਾਨੂੰ ਇਹਦੇ ਵਿੱਚ ਆਪ ਹਿੱਸੇਦਾਰ ਬਣਨਾ ਚਾਹੀਦਾ ਕਿ ਅਸੀਂ ਵੀ ਇਹਦੇ ਹਿੱਸੇਦਾਰ ਹਾਂ, ਅਸੀਂ ਵੀ ਉਸੇ ਹਵਾ ਸਾਹ ਲੈਂਦੇ ਹਾਂ, ਅਸੀਂ ਵੀ ਉਹੀ ਪਾਣੀ ਪੀਂਦੇ ਹਾਂ, ਅਸੀਂ भी उस धरती पर रहने हैं। ਸਾਨੂੰ ਇਹਦੇ ਪ੍ਰਤੀ ਜਿਹੜਾ ਸੁਚੇਤ ਹੋਣਾ। बाबा जी, आप इस मुकाम तक पहुंचे, थोड़ा सा अपने इस सफर के बारे में बताइए कि आपके सफर कैसा रहा, आपको क्या क्या चैलेंजेस फेस करने पड़े? सफ़र हमारा, क्योंकि जो सफ़र तो जब से अखा खोलता इंसान उदों तो शुरू हो जाता, तो जदों तो अखा खोलिया जदों तो सेवा तो लगे हैं। सो महाराज ने बड़ी कृपा की है कि असी अपना जीवन सेवा सिमरन सत्संग ते एनवायरमेंट ਨੂੰ ਬਚਾਉਣ ਤੇ ਲਾਇਆ। ਬਚਪਨ ਸਾਡਾ ਸੀਚੇਵਾਲ ਦਾ, 5ਵੀਂ ਕਲਾਸ ਅਸੀਂ ਸੀਚੇਵਾਲ 'ਚ ਕੀਤੀ ਹੈ, 10ਵੀਂ ਅਸੀਂ ਨਿਹਾਲਵਾਲ ਸਕੂਲੇ ਕੀਤੀ ਹੈ ਤੇ BA ਸੈਕੰਡ ਈਅਰ 'ਚ ਅਸੀਂ ਫੜ ਕੇ ਜੀ DAV ਕਾਲਜ ਨੂੰ ਕੁਦਰ ਤੋਂ। ਸੋ ਫਿਰ ਇੱਧਰ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ ਤੇ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ, ਤੇ ਉਹਨਾਂ ਨੂੰ ਜਦੋਂ ਉਹਨਾਂ ਦੀ ਸ਼ਰਨ ਵਿੱਚ ਆਏ ਤਾਂ ਪਤਾ ਲੱਗਾ ਵੀ ਪੜ੍ਹਨ ਵਾਲੀ ਗੱਲ ਹੈ ਜੀ, ਪੜ੍ਹੀ ਨਹੀਂ ਅਜੇ। ਤੇ ਫਿਰ ਅਸੀਂ ਪੜ੍ਹਾਈ ਛੱਡ ਕੇ एनवायरमेंट ਤੇ ਹੋਰ ਜਿਹੜੀ ਚੀਜ਼ਾਂ। आपका एक बहुत फेमस प्रोजेक्ट है सेचेवाल मॉडल, उसके बारे में थोड़ा सा बताइए, वो कैसे शुरू हुआ, क्या क्या आपने उसमें किया थोड़ा सा? ਸੀਚੇਵਾਲ ਮਾਡਲ ਤਕਰੀਬਨ 1999 ਦੇ ਵਿੱਚ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਦਾ ਪਾਣੀ ਜਿਹੜਾ ਹੈ ਉਹ ਟਰੀਟ ਕਰਕੇ ਖੇਤੀ ਨੂੰ ਲਾਉਣ ਦਾ ਉਪਰਾਲਾ ਕੀਤਾ। ਸਾਰੇ ਪਿੰਡ 'ਚ ਸਾਡੇ ਸੀਵਰੇਜ ਸਿਸਟਮ ਪਿਆ ਹੋਇਆ, ਇੱਕ ਵੀ ਘਰ ਜਿਹੜਾ ਹੈਗਾ ਉਹ ਨਿਗਾ ਓਪਨ ਨਾਲੇ ਕਿਤੇ, ਜੋ ਸਾਰੇ ਦਾ ਸਾਰਾ ਪਾਣੀ ਅਸੀਂ ਟਰੀਟ ਕਰਕੇ ਖੇਤੀ ਨੂੰ ਲਾਉਂਦੇ ਹਾਂ। ਜੋ ਅਸੀਂ ਉਹ ਸਿਸਟਮ ਬਣਾਇਆ ਉਹਦਾ ਨਾਂ ਹੀ ਸੀਚੇਵਾਲ ਮਾਡਲ ਆ। ਸੋ ਸਾਡੇ ਪਿੰਡ 'ਚ 24 ਘੰਟੇ ਵਾਟਰ ਸਪਲਾਈ ਹੈ, 24 ਘੰਟੇ ਬਿਜਲੀ ਹੈ ਜਿਹੜੀ ਹੈ, ਤੇ 12 ਮਹੀਨੇ ਜਿਹੜੀ ਹੈਗੀ ਆ ਓਪਨ ਚੱਲਦਾ। ਸੋ ਇਸ ਵਾਸਤੇ ਜਿਹੜਾ ਅਸੀਂ ਪਾਣੀ ਯੂਜ਼ ਕਰਦੇ ਹਾਂ ਉਹਨੂੰ ਟਰੀਟ ਕਰਕੇ ਦੁਬਾਰਾ ਖੇਤੀ ਨੂੰ ਲਾਉਂਦੇ, ਰੀਯੂਜ਼ ਕਰਦੇ ਹਾਂ। ਸੋ ਤਕਰੀਬਨ 1999 ਤੋਂ ਲੈ ਕੇ 22 ਸਾਲ ਹੋ ਚੁੱਕੇ ਆ ਤੇ ਸਾਡੇ ਪਿੰਡ ਦੇ ਵਿੱਚ ਸੀਵਰੇਜ ਦੀ ਤੇ ਜਿਹੜੇ ਬਦਬੂ ਮਾਰਦੀਆਂ ਗੰਦੀਆਂ ਨਾਲੀਆਂ ਜਾਂ ਕੁਛ ਇਹੋ ਜਿਹਾ ਕੁਛ नहीं, बड़ा साफ सुथरा साਡਾ नगर है। आपका जो NGO है उसके बारे में मेरे को थोड़ा बताइए कि कितने एरिया में है और कौन से लोग आपके NGO के साथ जुड़े हुए हैं? ਸਾਡਾ NGO ਜਿਹੜਾ ਹੈ एक ਓਂਕਾਰ ਚੈਰੀਟੇਬਲ ਟਰਸਟ ਹੈ, ਇਹ ਸਾਰਾ ਸੇਵਾ ਤੇ ਚੱਲਦਾ ਤੇ ਤਕਰੀਬਨ ਦੇਸ਼ ਵਿਦੇਸ਼ ਤੋਂ ਗੁਰਸੰਗਤਾਂ ਜਿਹਦੇ ਵਿੱਚ ਜੁੜੀਆਂ।
ਬੇਅੰਤ ਗੁਰਸੰਗਤਾਂ ਜਿੰਨੇ ਵੀ ਕਾਰਜ ਆ ਸੇਵਾ ਦੇ ਵਿੱਚ ਹੁੰਦੇ ਆ ਤੇ ਮਾਇਆ ਨਾਲ ਵੀ ਸੇਵਾ ਕਰਦੇ ਆ, ਹੱਥਾਂ ਨਾਲ ਵੀ ਸੇਵਾ ਕਰਦੇ ਆ ਤੇ ਸਾਰੇ ਮਾਨਸਿਕ ਤੌਰ ਤੇ ਵੀ ਇਹਨਾਂ ਕਾਰਜਾਂ ਦੇ ਨਾਲ ਮਨ ਕਰਕੇ ਜੁੜੇ ਹੋਏ ਆ। तो इंटरनेशनल कंपनीज भी ऑर्गेनाइजेशंस आपके साथ जुड़ी हुई हैं आपके NGO? ਨਹੀਂ ਅਸੀਂ ਤਾਂ ਆਪਣੇ ਆਪ ਹੀ ਕਰ ਰਹੇ ਹਾਂ, ਕੋਈ ਜਿਹੜੀ ਹੈਗੀ ਆ ਕੰਪਨੀ ਨਾਲ ਅਸੀਂ ਕਿਸੇ ਨਾਲ ਨਹੀਂ ਜੁੜੇ ਹੋਏ। ਅਸੀਂ ਤਾਂ ਆਪਣਾ ਹੀ ਜਿਹੜੇ ਹੈਗੇ ਆ ਸੇਵਾ ਦਾ ਕਰਦੇ, ਜਿੱਥੇ ਲੋੜ ਹੋ ਪਿੰਡਾਂ ਵਿੱਚ ਸੀਵਰੇਜ ਸਿਸਟਮ ਪਾਉਣੇ ਆ, ਤਕਰੀਬਨ 200-250 ਪਿੰਡਾਂ ਦੇ ਵਿੱਚ ਪੈ ਚੁੱਕਾ। ਫਿਰ ਪਿੰਡ ਰਸਤੇ ਬਣਾਉਣੇ, ਕੱਚੇ ਰਸਤੇ ਰੋਡ, ਫਿਰ ਪਲਾਂਟੇਸ਼ਨ ਕਰਦੇ ਆ। ਸਾਡੇ ਕੋਲ 2 ਨਰਸਰੀਆਂ ਫ੍ਰੀ ਬੂਟੇ ਅਸੀਂ ਤਿਆਰ ਕਰਕੇ ਦਿੰਦੇ ਹਾਂ। ਸਕੂਲ ਕਾਲਜ ਚਲਾਉਂਦੇ ਹਾਂ ਅਸੀਂ, ਪਿੰਡ ਦੇ ਵਿੱਚ ਰੇਡੀਓ ਚਲਾਉਂਦੇ ਹਾਂ FM 90 ਸਾਲੀਆਚਾਰ, ਤੇ ਉਹਦੇ ਨਾਲ ਪਿੰਡ ਵਿੱਚ ਇੱਕ ਨਾਨਕ ਹੱਟ ਸ਼ੁਰੂ ਕੀਤਾ ਜਿਹੜਾ ਨੋ ਲਾਸ ਨੋ ਪ੍ਰੋਫਿਟ ਦੇ ਉੱਤੇ ਅਸੀਂ ਸੰਗਤਾਂ ਨੂੰ ਜਿਹੜਾ ਹੈਗਾ ਹਰ ਖਾਣ ਵਾਲੀਆਂ ਵਸਤਾਂ ਦੀ ਸਪਲਾਈ। बाबा जी, प्लास्टिक पानी को भी प्रदूषित करता है, तो दुनिया में प्लास्टिक बचाने के लिए बहुत से प्रयास किए जा रहे हैं। लोगों ने बहुत सारे पूरे वर्ल्ड में बहुत सारे देशों ने बैन भी लगाया प्लास्टिक, पर फिर भी प्लास्टिक कहीं ना कहीं पानी को प्रदूषित करे, क्योंकि आज भी कई जगह पे प्लास्टिक अभी नहीं बैन हुआ, यूज हो रहा है। तो कभी आपने सरकार को ऐसे अपील नहीं की, आपने कभी सरकार के साथ ऐसे बोला नहीं कि प्लास्टिक को पंजाब में बिल्कुल ही बैन कर दिया जाए? बहुत बार बैन करवाया, पर बैन कितना की चलूगा, क्योंकि फिर दोबारा चल पैंदा। सारे तुम नदियां दरिया सारे देख लो, सारे गंदगी ना भरे आ, प्लास्टिक ना भरे, क्योंकि जिन्ना चिर साडियां सरकारां साडा सिस्टम क्योंकि कानून बन जाते उन्हें लागू नहीं करवाते। 1974 का एक्ट बनया होया, किसी नैचुरल सोर्स नहीं थुक भी नहीं सकते, पर गंदे पानी पै जाते कोई नहीं रोकता। ये सारा कुछ सिस्टम की फेल हो रहा है। आपका एक और बहुत फेमस प्रोजेक्ट है जिसकी चर्चा पूरे भारत में की जाती है, पूरे देश में की जाती है, जो आपका ब्यास का 160 किलोमीटर लॉन्ग ट्रिब्यूटरी को रीजनरेट करने का पवित्र काली वेई आए पवित्र काली वेई है, जिस पवित्र काली वेई जो गुरु नानक पातशाह स्नान करते रहे, जिस वे टुपी ला के रब्बी बाणी उचारण की, तुरकी बाणी आई तन सगली चिंतन पाई, साहिब श्री गुरु ग्रंथ साहिब की बाणी का आगाज उस पवित्र वेई तो बाहर आन के पातशाह ने उचारण किया। ते अज वो पवित्र वेई द्वारा जी बिल्कुल डस्टबिन बन चुकी सी, अज वह अमृत वर्गा जाला तुसीं पी सकते हैं, नहा सकते हैं। द्वारा जी है गुरु संगतां ने हथी सेवा करके जरा फिर द्वारा वगन योग नदी बनी। आपको 2017 में पद्मश्री अवार्ड भी मिला, आपको उसके लिए बहुत बहुत बधाइयाँ। उसके बारे में थोड़ा बताइए, सरकार ने आपको पद्मश्री अवार्ड के लिए चुना, तो आपको उस समय कैसा लग रहा था, आपको कैसा फील हो रहा था उस समय? जो पद्मश्री अवार्ड हमने तो कोई अप्लाई नहीं किया, सरकार ने दिया। वो जो लोग नित प्रति सेवा के कार्यों के विच जुटे हुए हैं, उन्होंने सारे का अवार्ड आ, वो कोई बाबा जी का अवार्ड नहीं, वो तो क्योंकि कोई कार्य बाबा जी के करने वाले अनेक आ, उन्होंने सारी संगत को अवार्ड जाता। तो बड़ी खुशी है कि वो इस पवित्र कार्य वास्ते सम्मान दिता। तो असीं ये सारा शेयर जोड़ा है अपने उस संगत को जिन्होंने थोड़े तो थोड़ा ज़्यादा हिस्सा पाया। बाबा जी, हर इंडिविजुअल जो हर इंडियन है वो लगभग 45 to 50 लीटर पानी रोज वेस्ट करता है। तो सबसे पहला जो मैं कह रही हूँ इनिशिएटिव जो शुरू होना चाहिए पानी का, वो घर से ही शुरू होना चाहिए, मतलब लोगों को घर से ही शुरू करना चाहिए पानी को बचाने का जो इनिशिएटिव होना चाहिए। तो आप लोगों को क्या मैसेज देना चाहते हैं कि लोगों को क्या क्या कदम उठाने चाहिए पानी को घर से ही बचाना जो है वो शुरू करें, तो क्या क्या कदम? पानी है तो पुरानी है, नहीं तो खत्म कहानी है। पानी नाल ही जीवन है, पानी साडे वास्ते नहीं साडी आउण वाली पीढ़ियां नूं भी चाहीदा, क्योंकि जे पानी ना बचिया तो साडा भविख नहीं बचना। सो असीं अवेसले आ, क्योंकि पहला पानी असीं नदियां चों लैंदे सी, इस करके नदियां दरिया साफ सी। हुण पानी टूटियां नहीं आउंदा ते साडी वेस्टेज नदियां दरियावां विच जांदी है। असीं ਜਿਹੜਾ ਸ਼ਹਿਰਾਂ ਦੇ ਵਿੱਚ ਪਾਣੀ ਦੀ ਵਰਤੋਂ ਹੈ 135 ਲੀਟਰ ਪਰ ਹੈਡ ਦੇ ਹਿਸਾਬ ਦੇ ਨਾਲ ਟ੍ਰੀਟਮੈਂਟ ਪਲਾਂਟ ਲੱਗਦਾ 135 ਲੀਟਰ ਦੇ ਵਿੱਚ, ਤੇ ਤਕਰੀਬਨ 300 ਲੀਟਰ ਪਰ ਹੈਡ ਦੇ ਹਿਸਾਬ ਨਾਲ ਪਾਣੀ ਕੱਢਿਆ ਜਾਂਦਾ। ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮੱਸਿਆ ਉਹ ਇਹੀ ਹੈ ਕਿ ਪਾਣੀ ਅਸੀਂ
ਦੁੱਗਣੇ ਤੋਂ ਜ਼ਿਆਦਾ ਕੱਢ ਰਹੇ ਹਾਂ। ਟ੍ਰੀਟਮੈਂਟ 50 ml ਦਾ ਪਾਣੀ ਅਸੀਂ 100 ml ਕੱਢ ਰਹੇ ਹਾਂ, ਤੇ 50 ਦਾ ਅਨਟ੍ਰੀਟਡ ਜਾਊਗਾ ਤੇ ਉਹ ਜਾ ਕੇ ਬਿਮਾਰੀਆਂ ਪੈਦਾ ਕਰੂਗਾ। ਇਹ ਜਿਹੜਾ ਪਾਣੀ ਜ਼ਿਆਦਾ ਵਰਤਣਾ, ਇੱਕ ਤਾਂ ਪਾਣੀ ਧਰਤੀ ਥੱਲੇ ਮੁੱਕਦੇ ਜਾ ਰਹੇ ਆ, ਪਾਣੀ ਸੁੱਕਦੇ ਜਾ ਰਹੇ ਆ, ਪਾਣੀ ਪ੍ਰਦੂਸ਼ਿਤ ਹੋ ਰਹੇ ਜਾ ਰਹੇ ਆ, ਪਰ ਅਸੀਂ ਉਹ ਪਾਣੀ ਦੀ ਸੰਭਾਲ ਨਹੀਂ ਕਰਦੇ, ਪਾਣੀ ਟੂਟੀਆਂ ਛੱਡੀ ਰੱਖਦੇ ਆ। ਸਰਕਾਰ ਦਾ ਸਿਸਟਮ ਵੀ ਇਹੋ ਜਿਹਾ ਹੀ ਹੈ ਕਿ ਜਿਹੜੀ ਬਿਜਲੀ ਦੀ ਪਾਣੀ ਜਿਹੜਾ ਹੈਗਾ ਵਾ ਸਿੱਧਾ ਪੈਪਾਂ ਤੋਂ ਸਪਲਾਈ ਦਿੱਤੀ ਹੋਈ ਹੈ, ਮੋਰੇ ਕੋਈ ਟੂਟੀ ਨਹੀਂ। ਇੰਨੇ ਘੰਟੇ ਪਾਣੀ ਦੇਣਾ, ਜਿੰਨੇ ਘੰਟੇ ਪਾਣੀ ਉਹ ਫਿਰ ਵੇਸਟ ਹੁੰਦਾ ਜਾਂਦਾ ਜੀ, ਉਹ ਪਾਣੀ ਸਾਰਾ ਦਾ ਸਾਰਾ ਉਹ ਖਰਾਬ ਹੋਈ ਜਾ ਰਿਹਾ, ਨਾ ਉਹ ਟ੍ਰੀਟ ਹੋ ਰਿਹਾ। ਇਹਦੇ ਵਾਸਤੇ ਅਸੀਂ ਤਾਂ ਬਹੁਤ ਉੱਪਰ ਲੈਵਲ ਤੇ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਿਗਰਾਨ ਕਮੇਟੀ ਦੇ ਅਸੀਂ ਮੈਂਬਰ ਹਾਂ, ਬਹੁਤ ਜ਼ਿਆਦਾ ਯਤਨ ਕੀਤੇ ਆ, ਪਰ ਹਜੇ ਤੱਕ ਉਹ ਜੋ ਕੁਛ ਹੋਣਾ ਚਾਹੀਦਾ ਸੀ ਨਹੀਂ। ਆਉਣ ਵਾਲੇ ਸਮੇਂ 'ਚ ਜ਼ਰੂਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੋ ਫੈਸਲੇ ਲੈ ਰਿਹਾ, ਜਿਹਦੇ ਨਾਲ 1974 ਦੇ ਐਕਟ ਨੂੰ ਜਿਹੜਾ ਲਾਗੂ ਕਰਵਾ ਰਿਹਾ, ਜੇ ਉਹ ਲਾਗੂ ਹੋ ਜਾਵੇ ਤੇ ਫਿਰ ਜਿਹੜਾ ਹੈਗਾ ਪਾਣੀ ਦੀ ਵੇਸਟੇਜ ਘੱਟ ਸਕਦੀ ਹੈ। ਪਰ ਹਜੇ ਤੱਕ ਦਾ ਉਹਦੇ ਉੱਤੇ ਚੱਲਣ ਲਈ ਸਰਕਾਰਾਂ ਤੇ ਪ੍ਰਸ਼ਾਸਨ ਉਸ ਤਰੀਕੇ ਦੇ ਨਾਲ ਤਿਆਰ ਨਹੀਂ। आपका एक तो ये 2 प्रोजेक्ट्स थे, सेचेवाल मॉडल और जो ब्यास टू ब्यूटी वाला प्रोजेक्ट था, ये इनकी बहुत ही चर्चा की जाती है। इसके अलावा और आपने क्या था कैंपेन शुरू किए पंजाब में, और पंजाब के किस किस एरिया में आपने कैंपेन शुरू किए, उसके बारे में थोड़ा सा। उसके साथ हम एजुकेशन का काम करते हैं, स्कूल कॉलेज क्योंकि झोपड़ियां वाले बच्चों लिए स्कूल अस्पताल फिर खेडा का ਅਸੀਂ ਕਰਦੇ ਹਾਂ। ਸੀਚੇਵਾਲ ਦੇ ਵਿੱਚ ਐਕਟੋਟੈਕ ਟਰਫ ਲੱਗੀ 6 ਸਾਈਡ 2 ਗਰਾਊਂਡਾਂ ਸਾਡੀਆਂ ਹਾਕੀ ਦੀਆਂ। ਗੱਤਕੇ ਦਾ ਅਖਾੜਾ ਹੈ, ਜਿਹੜਾ ਹੈਗਾ ਰੈਸਲਿੰਗ ਦਾ ਅਖਾੜਾ ਸੀਚੇਵਾਲ। ਫਿਰ ਹੋਰ ਸਾਰੀਆਂ ਜਿਹੜੀਆਂ ਗੇਮਾਂ ਅਸੀਂ ਕਰਵਾਉਂਦੇ ਹਾਂ, ਸਕੂਲ ਕਾਲਜ ਅਸੀਂ ਚਲਾਉਂਦੇ ਹਾਂ। ਉਹਦੇ ਨਾਲ ਨਾਲ ਜਿਹੜੇ ਹੈਗੇ ਪਿੰਡਾਂ ਵਿੱਚ ਸੀਵਰੇਜ ਸਿਸਟਮ, ਰਸਤੇ ਬਣਾਉਣ ਦਾ ਦੀ ਸੇਵਾ, ਤੇ ਜੋ ਸਮਾਜ ਭਲਾਈ ਦੇ ਵਿੱਚ ਹੋਰ ਜੋ ਵੀ ਕਾਰਜ ਆ, ਧਾਰਮਿਕ ਕਾਰਜ ਆ, ਸਮਾਜਿਕ ਕਾਰਜ ਆ, ਉਹਨਾਂ ਦੇ ਵਿੱਚ ਕੋਸ਼ਿਸ਼ ਹੁੰਦੀ ਕਿ ਆਪਣੇ ਹਿੱਸੇਦਾਰੀ ਜਿਹੜੀ ਹੈਗੀ ਉਹ ਵੱਧ ਤੋਂ ਵੱਧ ਜਿਹੜੀ ਹੈਗੀ ਸਾਹਮਣੇ ਹੋ ਕੇ ਅਸੀਂ ਸਮਾਜ ਦਾ ਵਾਸਤੇ ਕੀ ਕਰ ਸਕਦੇ ਹਾਂ, ਲੱਗੇ ਨਹੀਂ ਕਰ ਸਕਦੇ। बस ये आखिरी क्वेश्चन, हमारे जो नेक्स्ट जनरेशन वाला यूथ है वो सारे जल का जो इम्पोर्टेंस है वो भूल ही जा रहा है, तो एक बार आप यूथ को क्या मैसेज देना चाहते हैं? बस एक आखिरी। जल है तो कल है, ਤੇ ਜੇ ਪਾਣੀ ਨਹੀਂ ਬਚਿਆ ਤੇ ਸਾਡਾ ਭਵਿੱਖ ਵੀ ਨਹੀਂ ਬਚੂਗਾ। ਸੋ 70% ਬਿਮਾਰੀਆਂ ਗੰਦੇ ਪਾਣੀ ਤੋਂ ਪੈਦਾ ਹੁੰਦੀਆਂ, ਤੇ ਗੰਦਾ ਪਾਣੀ ਅਸੀਂ ਆਪ ਹੀ ਕਰ ਰਹੇ ਹਾਂ, ਅਨਟ੍ਰੀਟਡ ਨਦੀਆਂ ਦਰਿਆਵਾਂ ਸਿੱਟ ਰਹੇ। ਤੇ ਅਸੀਂ ਤਾਂ ਇਹ ਬੇਨਤੀ ਕਰਾਂਗੇ ਕਿਉਂਕਿ ਸਾਡੀ ਜਿਹੜੀ ਲੰਘਦੀ ਜਾ ਰਹੀ ਹੈ ਭਵਿੱਖ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਅੱਗੇ ਜਿਹੜਾ ਹੈਗਾ ਇਸ ਦੇਸ਼ ਨੂੰ, ਇਸ ਧਰਤੀ ਦੇ ਉੱਤੇ ਉਹਨਾਂ ਦਾ ਸਮਾਂ, ਤੇ ਉਹਨਾਂ ਨੂੰ ਬੇਨਤੀ ਕਰਦੇ ਭਾਈ ਵੱਧ ਤੋਂ ਵੱਧ ਦਰਖਤ ਲਗਾਓ, ਹਵਾ ਪਾਣੀ ਤੇ ਧਰਤੀ ਬਚਾਓ, ਤੇ ਤਾਂ ਕਿ ਸਾਡਾ ਸਾਹ ਸੌਖਾ ਆਵੇ ਤੇ ਸਾਡੀਆਂ ਜਿਹੜੀਆਂ ਲੋੜਾਂ ਉਹ ਪੂਰੀਆਂ ਹੋ ਜਾਣ। ਜਿਸ ਤਰੀਕੇ ਦੇ ਨਾਲ ਅਸੀਂ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਇਹ ਅਸੀਂ ਆਪਣੇ ਭਵਿੱਖ ਦੇ ਉੱਤੇ ਪੂਰਾ ਸੰਚਲਨ ਲਾ ਰਹੇ ਹਾਂ। ਤਾਂ ਸਾਨੂੰ ਸਮਝਣ ਦੀ ਲੋੜ ਆ। ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ। ਅਸੀਂ ਜਿੱਥੇ ਵੀ ਰਹਿ ਰਹੇ ਹਾਂ, ਜਿੱਥੇ ਵੀ ਬਹਿ ਰਹੇ ਹਾਂ, ਦੁਨੀਆ ਭਰ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦੇ ਪ੍ਰਤੀ ਸੁਚੇਤ ਹੋਈਏ ਤੇ ਉਹਦੀ ਸੰਭਾਲ ਕਰੀਏ। बहुत बहुत शुक्रिया आपका।